Okay, so now we are going to start with our new chapter. ठीक है, and the chapter name is atomic structure. ਹੁਣ ਇਹਦੀ ਇਸ ਚੈਪਟਰ ਦੀ ਖਾਸ ਗੱਲ ਕੀ ਹੈ? ਇਸ ਚੈਪਟਰ ਦੀ ਖਾਸ ਗੱਲ ਇਹ ਹੈ ਕਿ ਇਹ ਚੈਪਟਰ ਤੁਸੀਂ ਬਹੁਤ ਵਾਰ ਪੜ੍ਹਦੇ ਹੋ ਆਪਦੀ 11 12th ਦੇ ਵਿੱਚ। ਇਹ ਚੈਪਟਰ ਤੁਸੀਂ ਕੈਮਿਸਟਰੀ ਦੇ ਵਿੱਚ ਪੜ੍ਹਿਆ ਹੁੰਦਾ ਤਾਂ ਜਿਹਦੇ ਕਰਕੇ ਤੁਹਾਨੂੰ ਆਈਡੀਆ ਹੁੰਦਾ ਹੈ ਕਿ ਵੀ ਆਪਾਂ ਕੀ ਇਹਦੇ ਵਿੱਚ ਪੜ੍ਹਨ ਲੱਗੇ ਆ। ਦੀ ਓਨਲੀ ਥਿੰਗ ਇਜ਼ ਕਿ ਇਨ ਕੈਮਿਸਟਰੀ ਯੂ ਡੋਂਟ ਸਟੱਡੀ ਦੀ ਫਿਜ਼ਿਕਸ ਪਾਰਟ ਆਫ ਦੀ ਐਟਮ। ਆਪਾਂ ਨੂੰ ਕਿਹਾ ਜਾਂਦਾ ਹੈ ਕਿ ਐਟਮ ਦਾ ਜੀ ਆ ਸੀ ਆਪਣੇ ਕੋਲ ਨਿਊਕਲੀਅਸ ਐਂਡ देयर आर ਇਲੈਕਟ੍ਰੋਨਸ ਵਿਚ ਆਰ ਰੋਟੇਟਿੰਗ ਅਰਾਊਂਡ ਦਿਸ। ठीक है, ये तुसी केमिस्ट्री ਦੇ ਵਿੱਚ ਪੜ੍ਹ ਲਿਆ। बट मैं ਤੁਹਾਡੇ ਤੋਂ ਜੇ ਹੁਣ ਫਿਜ਼ਿਕਸ ਦਾ ਕੁਐਸਚਨ ਪੁੱਛਾਂ ਕਿ ਯਾਰ ਇਲੈਕਟ੍ਰੋਨ ਆਏ ਕਿਵੇਂ, ਇਹਦੇ ਨਾਲ ਬੰਨਿਆ ਕਿਉਂ ਹੋਇਆ, ਇਹ ਉੱਡ ਕਿਉਂ ਨਹੀਂ ਜਾਂਦਾ, ਇੱਥੇ ਇਹਦੇ ਵਿੱਚ ਡਿੱਗ ਕਿਉਂ ਨਹੀਂ ਜਾਂਦਾ, ਇਸ ਤਰ੍ਹਾਂ ਦੇ ਜੇ ਮੈਂ ਤੁਹਾਨੂੰ ਕੁਐਸਚਨ ਪੁੱਛੂੰਗਾ ਫਿਜ਼ਿਕਸ ਦੇ ਤਾਂ ਤੁਸੀਂ ਉਹ ਕੁਐਸਚਨ ਕੈਮਿਸਟਰੀ ਦੇ ਪੁਆਇੰਟ ਆਫ View ਤੋਂ ਕਲੀਅਰ ਨਹੀਂ ਕਰ ਸਕਦੇ, ਤੁਸੀਂ ਦੱਸ ਨਹੀਂ ਸਕਦੇ। ਤੁਹਾਨੂੰ ਕੈਮਿਸਟਰੀ 'ਚ ਪੜਾਇਆ ਜਾਊਗਾ ਕਿ देयर आर लाइक 4 ਕੁਆਂਟਮ ਨੰਬਰਸ, ਐਜ਼ੀਮੂਥਲ ਨੰਬਰ, ਸਪਿਨ ਨੰਬਰ, ये वो ਸਾਰੇ ਤੁਹਾਨੂੰ ਨੰਬਰ ਦੱਸੇ ਜਾਣਗੇ। ਜਿੱਥੋਂ ਤੱਕ ਮੈਨੂੰ ਯਾਦ ਹੈ NL S इस तरह ਦੀਆਂ ਹੁੰਦੀਆਂ ਨਾ ਗੱਲਾਂ, ਮੈਨੂੰ ਨਹੀਂ ਯਾਦ ਹੈ, ਆਰਬਿਟਲ ਨੰਬਰ ਤੇ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਕੈਮਿਸਟਰੀ ਦੇ ਵਿੱਚ ਟੀਚਰ ਤੁਹਾਨੂੰ ਕਰਾਉਂਦੇ ਆ। ਤੇ ਹੁਣ ਇਹ ਕਿਵੇਂ ਬਣੀਆਂ ਤੇ ਫਿਜ਼ਿਕਸ ਦੇ ਵਿੱਚ ਇਹਦਾ ਕੀ ਪਾਰਟ ਹੈ, ਆਪਾਂ ਇਸ ਚੈਪਟਰ ਦੇ ਵਿੱਚ ਸਟੱਡੀ ਕਰਦੇ ਆ। ਤਾਂ ਫਿਜ਼ਿਕਸ ਦੇ ਵਿੱਚ ਸਭ ਤੋਂ ਪਹਿਲਾਂ ਆਪਣੇ ਕੋਲੇ ਐਟਮ ਦਾ ਜਿਹੜਾ ਮਾਡਲ ਬਣਿਆ ਕੈਮਿਸਟਰੀ ਦੇ ਵਿੱਚ, ਉਹ ਕਿਹਨੇ ਬਣਾਇਆ? ਉਹ ਥੌਮਸਨ ਨਾਮ ਦਾ ਬੰਦਾ ਸੀ, ਉਹਨਾਂ ਨੇ ਇਹ ਮਾਡਲ ਬਣਾਇਆ। ਤਾਂ ਥੌਮਸਨ ਐਟੋਮਿਕ ਮਾਡਲ। ਸੈਕਿੰਡ ਮਾਡਲ ਆਪਣੇ ਕੋਲੇ ਬਣਿਆ ਰਦਰਫੋਰਡ ਮਾਡਲ। And the third model is the Bohr's model, which is a very popular model। ਤੇ Bohr's model ਦੇ ਬਾਰੇ ਤੁਸੀਂ ਬਹੁਤ ਪੜ੍ਹਿਆ ਹੋਇਆ already। ਤੇ Bohr's model ਹੀ ਆਪਣਾ ਮੇਨ ਟੌਪਿਕ ਹੈ, ਜਿਹਦੇ ਵਿੱਚ ਤੁਸੀਂ ਸਾਰੇ ਸਪੈਕਟਰਮ ਪੜ੍ਹਦੇ ਹੋ ਨਾ, ਲਾਈਮਲ, ਬਾਲਮਰ, ਪਾਸਚਨ, ਬ੍ਰੈਕਟ, ਫਨ, ਇੱਥੋਂ ਤੱਕ ਤੁਸੀਂ ਪੜ੍ਹਦੇ ਹੋ। ਉਹ ਸਾਰੀ ਚੀਜ਼ ਹੈ ਆਪਣੇ ਕੋਲ Bohr's model। ਅਪ ਟੂ Bohr's model ਹੀ ਆਪਾਂ ਫਿਜ਼ਿਕਸ ਦੇ ਵਿੱਚ ਪੜ੍ਹਨਾ ਹੈ, ਜਿਹਦੇ ਕਰਕੇ ਦਿਸ ਇਜ਼ ਵਨ ਆਫ ਦੀ ਵੈਰੀ ਸਮਾਲ ਚੈਪਟਰ। ਵੱਧੋ ਵੱਧ ਇਹਨੂੰ 2 ਕਲਾਸਾਂ ਦੇ ਵਿੱਚ, 3 ਕਲਾਸਾਂ ਦੇ ਵਿੱਚ ਖਤਮ ਕੀਤਾ ਜਾ ਸਕਦਾ ਹੈ, ਤਾਂ ਜਿਹਦੇ ਕਰਕੇ ਬਹੁਤ ਜ਼ਿਆਦਾ ਛੋਟਾ ਚੈਪਟਰ ਹੈ, ਨੰਬਰ ਵੀ ਬੜੇ ਆਉਂਦੇ ਆ। ਚਲੋ ਜੀ ਦੇਖਦੇ ਹਾਂ। ਹੁਣ ਆਪਾਂ ਸਭ ਤੋਂ ਪਹਿਲਾਂ ਸਟਾਰਟ ਕਰਾਂਗੇ ਵਿਦ ਥੌਮਸਨ ਮਾਡਲ। ਥੌਮਸਨ ਨੇ ਇੱਕ ਬਹੁਤ ਹੀ ਨਾਰਮਲ ਇੱਕ ਆਪਾਂ ਨੂੰ ਆਈਡੀਆ ਪ੍ਰੋਵਾਈਡ ਕੀਤਾ ਕਿ ਆਪਣੇ ਕੋਲੇ ਐਟਮ ਦਾ ਸਟਰਕਚਰ ਕੀ ਹੁੰਦਾ। ਤਾਂ ਥੌਮਸਨ ਨੇ ਕਿਹਾ ਕਿ ਮੇਰੀ ਅਕੋਰਡਿੰਗ ਜਿਹੜਾ ਐਟਮ ਹੈ ਨਾ, ਇਹ ਇੱਕ ਪੁਡਿੰਗ ਦੇ ਵਾਂਗੂ ਹੁੰਦਾ ਹੈ। ਵਟ ਇਜ਼ ਪੁਡਿੰਗ? ਪੁਡਿੰਗ ਦਾ ਕੀ ਮਤਲਬ ਹੈ ਬੇਟਾ? ਤੁਸੀਂ ਕਿਤੇ ਰੈਸਟੋਰੈਂਟ 'ਚ ਗਏ ਹੋਵੋਗੇ, ਤੁਸੀਂ ਦੇਖਿਆ ਹੋਊਗਾ ਉੱਥੇ ਪੁਡਿੰਗ ਦੇ ਬਾਰੇ, ਉਹਦੇ 'ਚ ਮੈਨਿਊ 'ਚ ਲਿਖਿਆ ਨਹੀਂ ਹੁੰਦਾ ਐਪਲ ਪੁਡਿੰਗ ਤੇ ਐਪਲ ਪਾਈ, ਇਸ ਤਰ੍ਹਾਂ ਦੇ ਕਰਕੇ ਲਿਖਿਆ ਹੁੰਦਾ। ਤਾਂ ਪੁਡਿੰਗ ਦਾ ਮਤਲਬ ਹੁੰਦਾ, ਪੁਡਿੰਗ ਨੂੰ ਤੁਸੀਂ ਮੰਨ ਸਕਦੇ ਹੋ ਜਿਵੇਂ ਆਪਾਂ ਪੰਜਾਬੀ 'ਚ ਗੱਲ ਕਰੀਏ ਤਾਂ ਖੀਰ, ਜਿਵੇਂ ਆਪਣੀ ਖੀਰ ਬਣਦੀ ਨਾ ਚਾਵਲਾਂ ਵਾਲੀ, ਉਸ ਤਰ੍ਹਾਂ ਦੀ। ਤਾਂ ਹੁਣ ਤੁਸੀਂ ਦੇਖੋ ਖੀਰ ਦੇ ਵਿੱਚ ਕੀ ਹੁੰਦਾ, ਆਪਣੇ ਕੋਲੇ ਇੱਥੇ ਦਾ ਦੁੱਧ ਦਾ, ਜਿਵੇਂ ਆਪਣੇ ਕੋਲੇ ਕੋਲਾਈਡਲ ਹੋ ਗਿਆ, ਦੁੱਧ ਹੋ ਗਿਆ, ਉਹਦੇ ਵਿੱਚ ਆਪਣੇ ਕੋਲੇ ਚਾਵਲ ਤੁਰਿਆ ਫਿਰਦਾ ਹੈ, ਹੈਗਾ ਦੁੱਧ ਦਾ ਹੀ ਸਾਰਾ ਬਣਿਆ ਹੋਇਆ, ਉਹਦੇ ਵਿੱਚ ਚਾਵਲ ਤੁਰੇ ਫਿਰਦੇ ਆ। ਜਿਹੜੇ ਆ ਚਾਵਲ ਹੈਗੇ ਆਪਣੇ ਕੋਲ, ਠੀਕ ਹੈ, ਇਹ ਚਾਵਲ ਜਿਹੜੇ ਆ ਉਹੀ ਤੁਰੇ ਫਿਰਦੇ ਆ, ਉਹਦਾ ਕੋਈ ਰੂਲ ਨਹੀਂਗਾ, ਕੋਈ ਰੈਗੂਲੇਸ਼ਨ ਨਹੀਂ ਕਿ ਇਹ ਇਲੈਕਟ੍ਰੋਨ ਜੀ ਇੱਥੇ ਨਹੀਂ ਹੋ ਸਕਦਾ, ਚਾਵਲ ਇੱਥੇ ਨਹੀਂ ਹੋ ਸਕਦਾ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ। ਉਹ ਖੀਰ ਦੇ ਵਿੱਚ ਤੁਰੇ ਫਿਰਦੇ ਆ। ਜਿਵੇਂ ਖੀਰ ਦੇ ਵਿੱਚ ਆਪਣੇ ਕੋਲ ਚਾਵਲ ਤੁਰੇ ਫਿਰਦੇ ਆ, ਉਵੇਂ ਹੀ ਆਪਣੇ ਕੋਲੇ ਐਟਮ ਦਾ ਕਹਿੰਦਾ ਸਟਰਕਚਰ ਹੈ। ਐਟਮ ਕੰਸਿਸਟ ਆਫ ਅ ਸਫੀਅਰ ਆਫ ਅ ਪੋਜ਼ਿਟਿਵਲੀ ਚਾਰਜ। ਪਹਿਲੀ ਗੱਲ ਤਾਂ ਇੱਕ ਸਫੀਅਰ ਹੋਏਗਾ, ਐਂਡ ਸਫੀਅਰ ਵਿਲ ਬੀ ਕੰਸਿਸਟਿੰਗ ਆਫ ਅ ਪੋਜ਼ਿਟਿਵਲੀ ਚਾਰਜਡ ਮੈਟਲ। ਆਪਣੇ ਕੋਲ ਇਹ ਗ੍ਰੀਨ ਕਲਰ ਦਾ ਸਫੀਅਰ ਮੈਂ ਬਣਾਇਆ, ਇਹ ਸਾਰਾ ਪੋਜ਼ਿਟਿਵ ਹੈ, ਆ ਸਾਰਾ ਪੋਜ਼ਿਟਿਵ ਹੈ। ਜਿਵੇਂ ਮੈਂ ਦੁੱਧ ਦੀ ਗੱਲ ਕੀਤੀ ਤਾਂ ਇਹ ਦੁੱਧ ਹੈ, ਇਹ ਕਹਿੰਦਾ ਪੋਜ਼ਿਟਿਵਲੀ ਚਾਰਜਡ ਹੈ, ਠੀਕ ਹੈ। ਇਹਦੇ ਵਿੱਚ ਜਿਹੜੇ ਇਲੈਕਟ੍ਰੋਨਸ ਨੇ, देयर आर ਨੈਗੇਟਿਵਲੀ ਚਾਰਜਡ ਇਲੈਕਟ੍ਰੋਨਸ ਵਿਚ ਆਰ ਯੂਨੀਫਾਰਮਲੀ ਐਮਬੈਡਡ। ਯੂਨੀਫਾਰਮਲੀ ਮਤਲਬ ਜਿਵੇਂ ਮੰਨ ਲਓ ਮੈਂ ਖੀਰ ਦਾ ਚਮਚ ਚੱਕਿਆ ਤਾਂ ਉਹਦੇ ਵਿੱਚ ਕਿੰਨੇ ਚਾਵਲ ਆ ਗਏ, ਕਿਤੋਂ ਮਰਜ਼ੀ ਚਮਚ ਲੈ ਲਓ ਜੀ, ਚਾਵਲ ਤਾਂ ਉਹਦੇ ਵਿੱਚ ਆਊਗਾ ਹੀ ਆਊਗਾ। ਉਵੇਂ ਹੀ ਆਪਣੇ ਕੋਲੇ ਇਹਦੇ ਵਿੱਚ ਜਿਹੜੇ ਇਲੈਕਟ੍ਰੋਨਸ ਨੇ ਉਹ ਬਹੁਤ ਜ਼ਿਆਦਾ ਯੂਨੀਫਾਰਮਲੀ ਡਿਸਟ੍ਰੀਬਿਊਟਡ ਨੇ, ਤੇ ਉਹ ਸਾਰੇ ਕਿਤੇ ਆਪਾਂ ਨੂੰ ਉਹਦੇ ਵਿੱਚ ਮਿਲਦੇ ਨੇ। ਤਾਂ ਦਿਸ ਇਜ਼ ਵਟ ਇਜ਼ ਦੀ ਮਾਡਲ। ਵੈਰੀ ਸਿੰਪਲ ਮਾਡਲ, ਕੁਛ ਵੀ ਨਹੀਂਗਾ ਇਹਦੇ ਵਿੱਚ, ਆਪਾਂ ਨੂੰ ਕੋਈ ਟੈਕਨੀਕਲ ਚੀਜ਼ ਨਹੀਂ, ਕੁਛ ਨਹੀਂਗਾ। ਲੇਕਿਨ ਇਹ ਮਾਡਲ ਆਪਣਾ ਬਹੁਤ ਹੀ ਜਲਦੀ ਫੇਲ ਹੋ ਗਿਆ। ਰਦਰਫੋਰਡ ਦਾ ਇੱਕ ਨਵਾਂ ਮਾਡਲ ਆਪਣੇ ਕੋਲ ਸੁਜੈਸਟ ਹੋ ਗਿਆ ਸੀ। ਇਹਨਾਂ ਨੇ ਕੁਝ ਕੁਐਸਚਨਸ ਪੁੱਛੇ ਜਿਹੜੇ ਕਿ ਥੌਮਸਨ ਮਾਡਲ ਦੇ ਨਾਲ ਆਨਸਰਸ ਨਹੀਂ ਦਿੱਤੇ ਜਾ ਸਕਦੇ। ਤਾਂ ਉਹ ਹੁਣ ਕਿਵੇਂ ਦੇਖਦੇ ਆਪਾਂ ਉੱਪਰ। ਹੁਣ ਦੇਖੋ ਆਪਾਂ ਡੈਫੀਨੇਸ਼ਨ ਦੇ ਵਿੱਚ ਆਲਸੋ ਨੋਨ ਐਜ਼ ਪਲਮ ਮਾਡਲ ਜਾਂ ਪਡਿੰਗ ਮਾਡਲ, ਠੀਕ ਹੈ ਨਾ। ਹੁਣ ਇਹਦੇ ਵਿੱਚ इसको वाटरमेलन मॉडल भी कहते हैं ना शायद। बिल्कुल वाटरमेलन। वाटरमेलन क्यों कहांगे तुसीं देखो, क्योंकि ਆਪਾਂ ਜੇ ਤਰਬੂਜ ਦੀ ਗੱਲ ਕਰੀਏ, ਪੰਜਾਬੀ ਵਿੱਚ ਤਰਬੂਜ ਹੈ ਬੇਟਾ, ਤਰਬੂਜ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਬੀਜ ਕਿਵੇਂ ਹੁੰਦੇ ਆ, ਉਹ ਬੀਜ ਐਂ ਕਰਕੇ ਵਿੱਚ ਪਏ ਹੁੰਦੇ ਆ ਕਿਤੇ ਨਾ ਕਿਤੇ। ਐਂਡ देयर इज नो यूनिफॉर्मिटी बिटवीन देम, देयर इज नो रूल। ਉਹਦਾ ਕੋਈ ਰੂਲ ਨਹੀਂਗਾ ਕਿ ਬਈ ਇੱਥੇ ਤੁਹਾਨੂੰ ਬੀਜ ਮਿਲਣਗੇ, ਇਹ ਜੀ ਕੋਈ ਗੱਲ ਨਹੀਂ। ਦੀ ਸੀਡ ਕੈਨ ਬੀ ਐਨੀਵੇਅਰ। ਤਾਂ that is why it is also known as watermelon
ਵਾਟਰਮੈਲਨ ਮਾਡਲ, ਤਾਂ ਇਹਨੂੰ ਆਪਾਂ ਵਾਟਰਮੈਲਨ ਮਾਡਲ ਵੀ ਕਹਿੰਦੇ ਆ। ਠੀਕ ਹੈ, ਬਟ ਇਹ ਮਾਡਲ ਆਪਣਾ ਬਹੁਤ ਜ਼ਿਆਦਾ ਦੇਰ ਤੱਕ ਟਿਕ ਨਹੀਂ ਸਕਿਆ। ਇਟ ਵਾਸ ਅ ਵੈਰੀ ਰੂਡੀਮੈਂਟਰੀ ਮਾਡਲ। ਪ੍ਰੋਬਲਮ ਕੀ ਹੋਈ, ਰਦਰਫੋਰਡ ਨੇ ਕੁਝ ਸਵਾਲ ਪੁੱਛੇ, ਇਹਨਾਂ ਨੇ ਜਵਾਬ ਨਹੀਂ ਦੇ ਸਕੇ। ਕੁਝ ਸਵਾਲ ਬੋਹਰ ਨੇ ਪੁੱਛੇ, ਉਹ ਵੀ ਜਵਾਬ ਰਦਰਫੋਰਡ ਥਾਮਸਨ ਨਹੀਂ ਦੇ ਸਕਿਆ। ਤਾਂ ਜਿਹਦੇ ਕਰਕੇ ਆਪਾਂ ਇਹ ਕਹਿ ਸਕਦੇ ਹਾਂ ਕਿ ਥਾਮਸਨ ਮਾਡਲ ਵਾਸ ਅ ਵੈਰੀ ਰੂਡੀਮੈਂਟਰੀ ਮਾਡਲ। ਇਟ ਵਾਸ ਐਟ ਗਰਾਊਂਡ ਲੈਵਲ, ਸੋ ਦੈਟ ਇਜ਼ ਵਾਈ ਇਟ ਵਾਸ ਰਿਜੈਕਟਡ ਬਾय ਦ ਸਾਇੰਟਿਫਿਕ ਕਮਿਊਨਿਟੀ। ਆਪਾਂ ਨੇ ਛੱਡ ਦਿੱਤਾ ਇਸ ਨੂੰ। ਚਲੋ ਜੀ, ਹੁਣ ਚੱਲਦੇ ਆਪਾਂ ਅੱਗੇ। ਇਸ ਦੇ ਬੇਸਿਸ ਤੇ ਬਹੁਤ ਹੀ ਰੇਅਰ ਕੁਐਸਚਨ ਆਉਂਦੇ ਬੇਟਾ, ਕਦੇ ਕੁਐਸਚਨ ਆਉਂਦਾ ਹੀ ਨਹੀਂ। ਇਹਦੇ ਵਿੱਚੋਂ ਕੁਐਸਚਨ ਜੇ ਆ ਵੀ ਗਿਆ ਤਾਂ ਸਿਰਫ ਇੰਨਾ ਹੀ ਆਊਗਾ, ਵਟ ਵਾਸ ਦੀ ਫਰਸਟ ਥਿਊਰੀ ਅਬਾਊਟ ਦੀ ਐਟਮ, ਐਂਡ ਯੂ ਕੈਨ ਸਟ੍ਰੇਟ ਫੇ ਆਨਸਰ ਇਟ ਵਾਸ ਦੀ ਥਾਮਸਨਸ ਮਾਡਲ। ਇਹਦੇ ਇਲਾਵਾ ਹੋਰ ਕੁਝ ਨਹੀਂ ਇਹਦੇ ਵਿੱਚ ਕੁਐਸਚਨ ਆਉਂਦਾ। CBSE ਦੇ ਇਨਫੈਕਟ ਪਿਛਲੇ 10 ਸਾਲਾਂ ਦੇ ਵਿੱਚ ਰਦਰਫੋਰਡ ਦੇ ਵਿੱਚੋਂ ਇੱਕ ਵੀ ਕੁਐਸਚਨ ਨਹੀਂ ਆਇਆ, ਸੌਰੀ ਥਾਮਸਨ ਚੋਂ। ਇਸ ਕਰਕੇ ਇਟਸ ਜਸਟ ਫॉर ਸੇਕ ਆਫ ਇਨਫੋਰਮੇਸ਼ਨ। ਐਨੀਵੇਜ਼, ਨੈਕਸਟ ਹੁਣ ਆਪਣੇ ਕੋਲੇ ਆ ਗਿਆ ਰਦਰਫੋਰਡ। ਤਾਂ ਰਦਰਫੋਰਡ ਵਾਸ ਕਾਈਂਡ ਆਫ ਫਰਸਟ ਪਰਸਨ ਜਿਹਨੇ ਸਾਇੰਟੀਫਿਕਲੀ ਇਸ ਗੱਲ ਨੂੰ ਸਟੱਡੀ ਕਰਨ ਦੀ ਕੋਸ਼ਿਸ਼ ਕੀਤੀ ਕਿ ਇਹ ਐਟਮਸ ਬੇਸਿਕਲੀ ਹੁੰਦੇ ਕੀ ਹੈ, ਇਹ ਕਿਵੇਂ ਬਣਦੇ ਆ। ਤਾਂ ਆਪਣੇ ਕੋਲੇ ਇਹਨਾਂ ਨੇ ਕੀ ਕੀਤਾ, ਗੋਲਡ ਦੀ ਫੋਇਲ ਅਲਫਾ ਸਕੈਟਰਿੰਗ ਐਕਸਪੈਰੀਮੈਂਟ। ਬੇਸਿਕਲੀ ਦਿਸ ਵਾਸ ਐਨ ਐਕਸਪੈਰੀਮੈਂਟ ਡਨ ਔਨ ਅ ਗੋਲਡ ਫੋਇਲ। ਤਾਂ ਆਪਣੇ ਕੋਲੇ ਕਿਵੇਂ ਇਹਨਾਂ ਨੇ ਕੀ ਕੀਤਾ, ਇਹਨਾਂ ਨੇ ਇੱਥੇ ਇੱਕ ਗੋਲਡ ਫੋਇਲ ਇਹਨਾਂ ਨੇ ਲਿੱਤੀ। ਗੋਲਡ ਫੋਇਲ ਜਿਹੜੀ ਹੈ ਆਪਣੇ ਕੋਲੇ ਕੰਡੀਸ਼ਨ ਹੈ ਉਸ ਉੱਤੇ, ਇਹਦੀ ਥਿਕਨੈਸ ਬਹੁਤ ਜ਼ਿਆਦਾ ਘੱਟ ਹੈ। ਕਿੰਨੀ ਦਿੱਤੀ ਹੋਈ ਹੈ, 2.1 into 10 raised to power -7 ਮੀਟਰਸ। ਇੰਨੀ ਜ਼ਿਆਦਾ ਲੋ ਇਸ ਦੀ ਆਪਣੇ ਕੋਲੇ ਥਿਕਨੈਸ ਹੈ। ਆਪਾਂ ਇਹ ਕਹਿ ਕੇ ਚੱਲਦੇ ਹਾਂ ਕਿ ਗੋਲਡ ਫੋਇਲ ਇਜ਼ ਐਜ਼ ਥਿਕ ਐਜ਼ 1 atom of the gold element। तो sheet is only 1 atom thick। ਮਤਲਬ ਇਹਦੇ ਵਿੱਚ ਇੱਕੋ ਹੀ ਐਟਮ ਹੈ, ਇੱਥੇ ਇੱਕ ਐਟਮ, ਇੱਥੇ ਇੱਕ ਐਟਮ, ਇੱਥੇ ਇੱਕ ਐਟਮ, ਇੱਥੇ। ਤੁਸੀਂ ਇਹ ਨਹੀਂ ਕਹਿ ਸਕਦੇ ਵੀ ਇਹਦੇ ਪਿੱਛੇ ਵੀ ਤਾਂ ਐਟਮ ਹੈਗੇ ਆ। ਇਹ ਆਪਣੀ ਕੰਡੀਸ਼ਨ ਲੱਗੀ ਹੋਈ ਹੈ। ਆਪਾਂ ਕਹਿੰਦਾ ਯਾਰ ਆਪਾਂ ਇਹਨੂੰ ਇੰਨਾ ਜ਼ਿਆਦਾ ਸੋਹਣੇ ਤਰੀਕੇ ਦੇ ਵਿੱਚ ਇਹਨੂੰ ਪਤਲਾ ਕੀਤਾ ਕਿ the sheet is, the thickness of the sheet is 1 atom। ਇਹ ਆਪਣੀ ਕੰਡੀਸ਼ਨ ਹੈ, ਇੰਨੀ ਪਤਲੀ ਕਰਤੀ। ਜਦੋਂ ਆਪਾਂ ਇੰਨੀ ਪਤਲੀ ਕੀਤੀ, why are we using gold? Because gold is a highly ductile and malleable। malleable ਕਹਿੰਦੇ ਇਹਨੂੰ, malleable। ਤਾਂ malleable property ਦਾ ਮਤਲਬ ਹੁੰਦਾ ਹੈ ਬੇਟਾ ਕਿ the sheet can be drawn into that metal element। it can be drawn into, ਜਦੋਂ ਮੈਂ ਇਹਨੂੰ ਕੁੱਟੂੰਗਾ ਤਾਂ ਇਹਨੂੰ ਮੈਂ ਬਹੁਤ ਪਤਲੀ ਸ਼ੀਟ ਦੇ ਵਿੱਚ ਕਨਵਰਟ ਕਰ ਸਕਦਾ। ductile ਦਾ ਮਤਲਬ ਹੁੰਦਾ ਹੈ ਕਿ I can create wires out of it, that is ductile। ਤੇ ਜੇ ਮੈਨੂੰ ਬਹੁਤ ਪਤਲਾ ਸ਼ੀਟ ਬਣਾਉਣੀ ਆ ਤਾਂ that is malleable। that is why we are using gold। otherwise gold ਨੂੰ use ਕਰਨ ਦਾ ਆਪਣੇ ਕੋਲੇ ਕੋਈ ਵੀ ਰੀਜ਼ਨ ਨਹੀਂ ਹੈ। वन एटम थिक ਦਾ ਮੀਨਿੰਗ ਦੁਬਾਰਾ ਦੱਸੋ ਜੀ ਬੇਟਾ। 1 ਐਟਮ ਥਿਕ ਦਾ ਮਤਲਬ ਇਹ ਹੈ ਕਿ ਜੇ ਮੈਂ ਜਿਹੜੀ ਮੇਰੀ ਥਿਕਨੈਸ ਹੈ ਨਾ ਇਸ ਦੀ, ਇਹ ਇੰਨੀ ਜ਼ਿਆਦਾ ਪਤਲੀ ਹੈ ਕਿ ਇਹਦੇ ਵਿੱਚ ਮੰਨ ਲਓ ਇੱਕ ਐਟਮ ਹੀ ਆਊਗਾ। ਠੀਕ ਹੈ, ਮਤਲਬ ਜਿਵੇਂ ਆਪਾਂ ਕਹਿਣਾ ਚਾਹੁੰਦੇ ਹਾਂ ਕਿ ਇਹਦੇ ਵਿੱਚ ਆਪਣੇ ਕੋਲ ਨਾ ਅੱਗੇ ਆਪਾਂ ਐਕਸਪੈਰੀਮੈਂਟ ਕਰਾਂਗੇ। ਮੰਨ ਲਓ ਜਿਵੇਂ ਇੱਕ ਇੱਥੇ ਐਟਮ ਹੈ, ਇੱਕ ਇੱਥੇ ਐਟਮ ਹੈ, ਐਂ ਕਰਕੇ। ਤਾਂ ਤੁਸੀਂ ਦੇਖੋ ਕਿ ਇਹਦੇ ਵਿੱਚੋਂ ਦੀ ਇਹ ਨਿਕਲ ਤਾਂ ਗਏ ਆ। ਠੀਕ ਹੈ, ਨਿਕਲ ਕੇ ਅੱਗੇ ਆ ਗਏ। ਹੁਣ ਮੰਨ ਲਓ ਜੇ ਤੁਸੀਂ ਕਹੋਗੇ ਸਰ ਇਹਨੂੰ ਅੱਗੇ ਕਿਉਂ ਨਹੀਂ ਐਟਮ ਮਿਲ ਗਏ ਇੱਕ ਦੋ, ਐਂ ਵੀ ਤਾਂ ਹੋ ਸਕਦਾ ਵੀ ਸ਼ੀਟ ਆਪਣੀ ਮੋਟੀ ਸੀਗੀ ਤੇ ਸ਼ੀਟ ਮੋਟੀ ਹੋਣ ਦੇ ਕਰਕੇ ਇਹਦੇ ਵਿੱਚ ਆਪਣੇ ਕੋਲੇ ਬਹੁਤ ਸਾਰੇ ਐਟਮ ਸੀਗੇ। ਹਾਂਜੀ, ਆਏ ਹੁਣ ਹੋ ਸਕਦਾ ਵੀ ਇੱਕ ਐਟਮ ਆਵੇ, ਉਹ ਪਹਿਲੇ ਤੋਂ ਤਾਂ ਲੰਘ ਜੇ, ਦੂਜੇ ਵਿੱਚ ਜਾ ਕੇ ਫਸ ਜੇ। ਤਾਂ ਇੱਥੇ ਆਪਣੇ ਕੋਲੇ ਕੰਡੀਸ਼ਨ ਨਹੀਂ ਨਾ ਲੱਗਣੀ। ਆਪਾਂ ਕਹਾਂਗੇ ਯਾਰ ਫਿਰ ਇਹ ਗੱਲ ਕੀ ਬਣੀ, ਤੁਸੀਂ ਕਹਤਾ ਵੀ ਸਾਰੇ ਅਲਫਾ ਪਾਰਟੀਕਲ ਅੱਗੇ ਨਿਕਲ ਗਏ, ਇਹ ਕੀ ਗੱਲ ਬਣੀ। ਹੋ ਸਕਦਾ ਹੈ ਵੀ ਆਪਣੇ ਕੋਲੇ ਇੱਕ ਐਟਮ ਇੱਥੇ ਹੋਵੇ, ਕਿੱਥੇ ਹੋਵੇ, ਕਿੱਥੇ ਹੋਵੇ। ਜੇ ਆਹ ਵਾਲਾ ਐਟੋਮਿਕ ਸਟਰਕਚਰ ਹੋਵੇ ਫਿਰ ਤੁਸੀਂ ਅਲਫਾ ਪਾਰਟੀਕਲ ਪਾਇਓ, ਬਾਹਰ ਹੀ ਨਹੀਂ ਨਿਕਲਣਾ ਕੋਈ। ਉਹ ਇੱਥੇ ਹੀ ਫਸ ਜੂਗਾ, ਕਿਤੇ ਹੋਰ ਹੀ ਵਗ ਜੂਗਾ ਉਹ। ਫਿਰ ਤੁਹਾਡੇ ਆ ਗ੍ਰਾਫ ਨਹੀਂ ਬਣਨੇ। ਇਸ ਕਰਕੇ ਆਪਾਂ ਆਪਦੇ ਉੱਤੇ ਕੰਡੀਸ਼ਨ ਲਾਤੀ। ਆਪਾਂ ਕਹਿੰਦਾ ਕਿ ਨਹੀਂ, ਇਹ ਜਿਹੜੀ ਸ਼ੀਟ ਹੈ ਇਹ ਆਪਣੀ ਇੰਨੀ ਜ਼ਿਆਦਾ ਪਤਲੀ ਹੈ ਕਿ ਇੱਕ ਐਟਮ ਦੀ ਥਿਕਨੈਸ ਵਜੋਂ ਹੀ ਹੈ। ਮਤਲਬ ਜਦੋਂ ਇੱਥੋਂ ਦੀ ਆਪਾਂ ਅਲਫਾ ਪਾਰਟੀਕਲ ਗਏ ਤਾਂ ਉਹਨੂੰ ਐਟਮ ਕਿਵੇਂ ਮਿਲਣਗੇ, ਆਏ ਇਸ ਤਰ੍ਹਾਂ ਉਹਨੂੰ ਆਈ ਮਿਲਣਗੇ। ਜੇ ਇੱਥੋਂ ਦੀ ਅਲਫਾ ਪਾਰਟੀਕਲ ਲੰਘ ਗਿਆ ਨਾ ਜੇ ਇੱਕ ਵਾਰ, ਤਾਂ ਉਹਨੂੰ ਦੁਬਾਰਾ ਨਿਊਕਲੀਅਸ ਨਹੀਂ ਮਿਲਦਾ ਕੋਈ ਅੱਗੇ ਟੱਕਰ ਮਾਰਨ ਵਾਸਤੇ, ਤਾਂ ਉਹ ਲੰਘ ਗਿਆ। once it has passed through it, it is passed। ਠੀਕ ਹੈ, ਇੱਥੋਂ ਦੀ ਆਏ ਜੇ ਚਲਾ ਗਿਆ ਤੇ ਐਂ ਚਲਾ ਗਿਆ। nothing can happen। ਹੁਣ ਇਹ ਕੰਡੀਸ਼ਨ ਜੇ ਨਹੀਂ ਲੱਗਦੀ ਨਾ ਤਾਂ ਆਪਾਂ ਇਹ ਐਕਸਪੈਰੀਮੈਂਟ ਨੂੰ ਕਰ ਨਹੀਂ ਸਕਦੇ ਚੰਗੀ ਤਰ੍ਹਾਂ, ਜਿਹਦੇ ਕਰਕੇ ਆਪਾਂ ਨੂੰ ਇਹ ਕੰਡੀਸ਼ਨ ਲਾਉਣੀ ਪੈਣੀ ਹੈ ਕਿ ਆਪਣੀ ਜਿਹੜੀ ਗੋਲਡ ਫੋਇਲ ਹੈ ਇਟ ਇਜ਼ ਵੈਰੀ ਵੈਰੀ ਥਿਨ। ਤਾਂ ਆਪਾਂ ਇਹਨੂੰ ਕੁੱਟ ਕੇ ਜੀ ਬਹੁਤ ਥਿਨ ਕਰਤਾ ਐਂਡ ਇਟ ਇਜ਼ ਜਸਟ 1 ਐਟਮ ਥਿਕ। ਆਪਾਂ ਇਹ ਚੀਜ਼ ਕਹਿਤੀ। ਹੁਣ ਇਹਦੋਂ ਅੱਗੇ ਚੱਲਦੇ ਹਾਂ ਆਪਾਂ। ਫਿਰ ਇਹਨਾਂ ਦੀ ਆਬਜ਼ਰਵੇਸ਼ਨਸ ਕੀ ਆਈਆਂ, ਮਤਲਬ ਇਹਨਾਂ ਨੇ ਐਕਸਪੈਰੀਮੈਂਟ ਕੀਤਾ ਤਾਂ ਇਹਨਾਂ ਦੀ ਆਬਜ਼ਰਵੇਸ਼ਨ ਕੀ ਆਈ। ਹੁਣ ਐਕਸਪੈਰੀਮੈਂਟ ਕਿਵੇਂ ਕੀਤਾ ਇਹਨੂੰ ਸਮਝੋ। ਆਪਾਂ ਨੇ ਮਟੀਰੀਅਲ ਚੂਜ਼ ਕੀਤਾ ਇੱਥੇ, ਦੈਟ ਮਟੀਰੀਅਲ ਵਾਸ ਲੈਟ ਅਸ ਸੇ ਰੇਡੀਅਮ।
ਤੇ ਇਹ ਇੱਕ ਨਾ ਆਪਣੇ ਕੋਲੇ ਪ੍ਰੋਪਰਟੀ ਹੁੰਦੀ ਹੈ ਜਿਹਨੂੰ ਆਪਾਂ ਕਹਿੰਦੇ ਆ ਰੇਡੀਓ ਐਕਟੀਵਿਟੀ। ਰੇਡੀਓ ਐਕਟੀਵਿਟੀ ਉਦੋਂ ਤੱਕ ਡਿਸਕਵਰ ਹੋ ਚੁੱਕੀ ਸੀ। ਤਾਂ ਰੇਡੀਓ ਐਕਟੀਵਿਟੀ ਦਾ ਮਤਲਬ ਹੈ ਕਿ ਕੁਝ ਮਟੀਰੀਅਲ ਇਹੋ ਜਿਹੇ ਹੁੰਦੇ ਆ ਜਿਹੜੇ ਇਹਦੇ ਵਿੱਚੋਂ ਦੀ ਨਾ ਕੁਝ ਰੇਡੀਏਸ਼ਨਸ ਦਿੰਦੇ ਆ ਆਪੇ ਹੀ, ਤੇ ਇਹ ਰੇਡੀਏਸ਼ਨ ਹੁੰਦੇ ਆ ਜਿਵੇਂ ਕਿ ਅਲਫਾ ਬੀਟਾ ਗਾਮਾ, 3 ਤਰ੍ਹਾਂ ਦੀਆਂ ਰੇਡੀਏਸ਼ਨਸ ਇਹਦੇ ਵਿੱਚੋਂ ਨਿਕਲਦੀਆਂ ਨੇ। ਇਹੋ ਜਿਹੇ ਹੁੰਦੇ ਆ ਜਿਵੇਂ ਕਿ ਯੂਰੇਨੀਅਮ, ਥੋਰੀਅਮ, ਰੇਡੀਅਮ, ਇਸ ਤਰ੍ਹਾਂ ਦੇ ਆਪਣੇ ਕੋਲੇ ਮਟੀਰੀਅਲ, ਇੰਡੀਅਮ, ਇਹ ਸਾਰੇ ਮਟੀਰੀਅਲ ਬਹੁਤ ਜ਼ਿਆਦਾ ਡੇਂਜਰਸ ਨੇ। ਇਹ ਇੱਥੇ ਪਏ ਰਹਿਣਗੇ, ਜਿਵੇਂ ਆਪਾਂ ਨਹੀਂ ਹੁੰਦਾ ਆਪਾਂ ਕਹੀਏ ਮੈਂ ਪਾਣੀ ਭਰ ਕੇ ਰੱਖਿਆ ਸੀ ਤੇ ਪਾਣੀ ਹੁਣ ਇਵੈਪੋਰੇਟ ਹੋ ਗਿਆ, ਠੀਕ ਹੈ, ਪਾਣੀ ਇਵੈਪੋਰੇਟ ਹੋ ਗਿਆ ਤੇ ਉੱਥੇ ਹੁਣ ਪਾਣੀ ਹੈ ਨਹੀਂ। ਉਵੇਂ ਹੀ ਇਹ ਹੁੰਦਾ। ਹੁਣ ਜਿਵੇਂ ਮੰਨ ਲਓ ਮੈਂ 1 ਕਿਲੋ ਲਿਆ ਕੇ 1 ਕਿਲੋ ਆਟਾ ਆਪਾਂ ਲਿਆ ਕੇ ਆਪਦੇ ਟੇਬਲ ਤੇ ਰੱਖਤਾ, 1 ਕਿਲੋ ਆਟਾ, ਜੇ ਤੁਸੀਂ 5 ਘੰਟੇ ਬਾਅਦ ਆਓਗੇ ਤਾਂ ਵੀ ਉਹ 1 ਕਿਲੋ ਆਟਾ 1 ਕਿਲੋ ਹੀ ਰਹੂਗਾ, ਉਹ ਖਰਾਬ ਨਹੀਂ ਹੋਣਾ। ਲੇਕਿਨ ਜੇ ਤੁਸੀਂ 1 ਕਿਲੋ ਯੂਰੇਨੀਅਮ, 1 ਕਿਲੋ ਰੇਡੀਅਮ ਜਾਂ 1 ਕਿਲੋ ਥੋਰੀਅਮ ਲਿਆ ਕੇ ਇੱਥੇ ਰੱਖਤਾ ਤੇ ਤੁਸੀਂ 5 ਘੰਟਿਆਂ ਬਾਅਦ ਆਏ ਤਾਂ ਉਹ ਅੱਧਾ ਕਿਲੋ ਮਿਲੂਗਾ, ਤੇ ਉਹ ਇਵੈਪੋਰੇਟ ਤਾਂ ਹੋਇਆ ਨਹੀਂ। ਤਾਂ ਉਹਦੇ ਵਿੱਚ ਹੋਇਆ ਕੀ, ਐਕਚੁਅਲ ਚ ਉਹ ਅੱਧਾ ਕਿਲੋ ਨਹੀਂ ਮਿਲੂਗਾ, ਅੱਧਾ ਕਿਲੋ ਯੂਰੇਨੀਅਮ ਰਹੂਗਾ ਤੇ ਅੱਧਾ ਕਿਲੋ ਯੂਰੇਨੀਅਮ ਖਰਾਬ ਹੋ ਚੁੱਕਿਆ ਹੋਊਗਾ। ਜਿਵੇਂ ਆਪਣਾ ਸੇਬ ਨਹੀਂ ਹੁੰਦਾ, ਆਪਾਂ ਸੇਬ ਨੂੰ ਇੱਥੇ ਰੱਖ ਕੇ ਭੁੱਲ ਗਏ, ਉਹ ਸੇਬ ਪਹਿਲਾਂ ਤਾਂ ਚਿੱਟਾ ਚਿੱਟਾ ਹੈ, ਉਹ ਬਾਅਦ ਚ ਉਹਦੇ ਉੱਤੇ ਇੱਕ ਪਰਤ ਬਣ ਜਾਂਦੀ ਹੈ ਸੇਬ ਦੇ ਉੱਤੇ, ਉਹ ਸੇਬ ਦੇ ਉੱਤੇ ਪਰਤ ਬਣ ਜਾਂਦੀ ਹੈ ਔਰੇਂਜ ਕਲਰ ਦੀ, ਬਰਾਊਨਿਸ਼ ਕਲਰ ਦੀ। ਆਪਾਂ ਕਹਿੰਦੇ ਯਾਰ ਸੇਬ ਖਰਾਬ ਹੋ ਗਿਆ, ਉਹਦੇ ਉੱਤੇ ਇੱਕ ਪਰਤ ਪੈ ਜਾਂਦੀ ਹੈ। ਹੁਣ ਉਹ ਪਰਤ ਕਿੰਨੇ ਟਾਈਮ ਬਾਅਦ ਪੈ ਗਈ, ਆਫਟਰ ਸਮ ਟਾਈਮ ਹੀ ਉਹ ਖਰਾਬ ਹੋ ਗਿਆ। ਉਵੇਂ ਹੀ ਆਪਣੇ ਕੋਲ ਯੂਰੇਨੀਅਮ ਹੁੰਦਾ। ਜੇ ਮੈਂ ਯੂਰੇਨੀਅਮ ਇੱਥੇ 1 ਕਿਲੋ ਲੈ ਕੇ ਰੱਖਤਾ ਤਾਂ ਅੱਧਾ ਕਿਲੋ ਮਟੀਰੀਅਲ ਤਾਂ ਯੂਰੇਨੀਅਮ ਰਹੂਗਾ, ਲੇਕਿਨ ਅੱਧਾ ਕਿਲੋ ਥੋਰੀਅਮ ਦੇ ਵਿੱਚ ਕਨਵਰਟ ਹੋ ਚੁੱਕਿਆ ਹੋਊਗਾ ਆਪਦੀ ਮਰਜ਼ੀ ਨਾਲ ਹੀ। ਤੇ ਆਪਾਂ ਕਹਾਂਗੇ ਯਾਰ ਉਹਨਾਂ ਥੋਰੀਅਮ ਦਾ ਮੈਂ ਕੀ ਕਰਾਂ, ਮੇਰੇ ਕਿਸੇ ਕੰਮ ਦਾ ਹੀ ਨਹੀਂਗਾ, ਮੈਂ ਤਾਂ ਯੂਰੇਨੀਅਮ ਲੈ ਕੇ ਆਇਆ ਸੀ, ਯੂਰੇਨੀਅਮ ਮੇਰੇ ਕੋਲ ਅੱਧਾ ਕਿਲੋ ਰਹਿ ਗਿਆ। ਇਹ ਜਿਹੜੀ ਆਪਣੇ ਕੋਲੇ ਹੈਗੀ ਹੈ ਚੀਜ਼, ਉਹਨੂੰ ਆਪਾਂ ਕਹਿੰਦੇ ਆ ਰੇਡੀਓ ਐਕਟੀਵਿਟੀ। ਐਂਡ ਆਪਾਂ ਰੇਡੀਓ ਐਕਟੀਵਿਟੀ ਨੂੰ ਅੱਗੇ ਡਿਟੇਲ ਚ ਪੜਾਂਗੇ, ਇਸ ਕਰਕੇ ਜਮਾ ਵਰੀ ਨਹੀਂ ਕਰਨਾ। ਤਾਂ ਫਿਲਹਾਲ ਆਪਾਂ ਤੁਸੀਂ ਇੰਨੀ ਗੱਲ ਯਾਦ ਰੱਖੋ ਕਿ ਰੇਡੀਓ ਐਕਟੀਵਿਟੀ ਆਪਾਂ ਸਮਝ ਚੁੱਕੇ ਹਾਂ ਕਿ ਵਾਟ ਇਜ਼ ਰੇਡੀਓ ਐਕਟੀਵਿਟੀ। ਤੇ ਆਪਾਂ ਨੇ ਇੱਥੇ ਕੀ ਕੀਤਾ, ਇੱਥੇ ਆਪਾਂ ਨੇ ਰੇਡੀਅਮ ਇੱਥੇ ਆਪਾਂ ਨੇ ਰੱਖਤਾ, ਤੇ ਇਹਨੂੰ ਆਪਾਂ ਨੇ ਇੱਕ ਲੈਡ ਦਾ, ਪੀਵੀ ਦਾ ਮਤਲਬ ਕੀ ਹੁੰਦਾ, ਲੈਡ, ਇਹ ਲੈਡ ਦਾ ਆਪਾਂ ਨੇ ਇੱਕ ਡੱਬਾ ਬਣਾਇਆ ਹੋਇਆ। ਉਸ ਡੱਬੇ ਦੇ ਵਿੱਚ ਆਪਾਂ ਨੇ ਰੇਡੀਅਮ ਰੱਖਿਆ ਹੋਇਆ। ਇਹ ਡੱਬੇ ਦੀ ਪ੍ਰੋਪਰਟੀ ਇਹ ਹੈਗੀ ਹੈ ਕਿ ਇਸ ਡੱਬੇ ਦੇ ਵਿੱਚੋਂ ਦੀ ਨਾ ਅਲਫਾ ਪਾਰਟੀਕਲ ਇੱਧਰ ਨੂੰ ਨਹੀਂ ਜਾਣਾ। ਮਤਲਬ ਜੇ ਮੈਂ ਅਲਫਾ ਪਾਰਟੀਕਲ ਇੱਥੇ ਰੱਖਿਆ, ਸੌਰੀ ਰੇਡੀਅਮ ਇੱਥੇ ਰੱਖਿਆ, ਤੇ ਉਹਨੂੰ ਮੈਂ ਜੇ ਇੱਕ ਡੱਬੇ ਦੇ ਵਿੱਚ ਬੰਦ ਕੀਤਾ ਹੋਇਆ, ਤਾਂ ਮੈਨੂੰ ਡਰਨ ਦੀ ਲੋੜ ਨਹੀਂ ਕਿ ਯਾਰ ਉਹ ਅਲਫਾ ਪਾਰਟੀਕਲ ਨਿਕਲੂਗਾ ਤੇ ਮੇਰੇ ਉੱਤੇ ਅਟੈਕ ਕਰੂਗਾ, ਐਂ ਮੈਨੂੰ ਸੋਚਣ ਦੀ ਲੋੜ ਨਹੀਂ। ਇਹ ਆਪਦੀ ਸੇਫਟੀ ਵਾਸਤੇ ਮੈਂ ਲੈਡ ਦਾ ਇੱਥੇ ਡੱਬਾ ਯੂਜ਼ ਕੀਤਾ, ਉਹਦੇ ਚ ਰੇਡੀਅਮ ਰੱਖਤਾ, ਇਹਦੇ ਵਿੱਚੋਂ ਦੀ ਅਲਫਾ ਪਾਰਟੀਕਲ ਨਿਕਲਣ ਲੱਗ ਗਏ, ਅਲਫਾ 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 ਕਰਕੇ ਜਾ ਰਿਹਾ ਇੱਥੋਂ ਦੀ। Alpha particle is a positively charged. Now what is alpha particle? ਇਹ ਵੀ ਦੇਖ ਲੈਣੇ ਆ। ਹੁਣ ਅਲਫਾ ਪਾਰਟੀਕਲ ਬੇਸਿਕਲੀ ਹੁੰਦਾ ਕੀ ਹੈ, ਇਹ ਚੀਜ਼ ਨੂੰ ਸਮਝੋ ਬੇਟਾ। ਆਪਣੇ ਕੋਲੇ ਹੀਲੀਅਮ ਐਟਮ ਹੈ। ਹੀਲੀਅਮ ਐਟਮ ਕਿਵੇਂ ਬਣਦਾ ਹੈ, ਇਹਦੇ ਵਿੱਚ ਆਪਣੇ ਕੋਲੇ 2 ਪ੍ਰੋਟੋਨ ਤੇ 2 ਨਿਊਟਰੋਨ ਆਪਣੇ ਕੋਲੇ ਹੁੰਦੇ ਆ। ਕੀ ਕੁਝ ਹੁੰਦਾ ਹੈ, 2 ਪ੍ਰੋਟੋਨ ਤੇ 2 ਨਿਊਟਰੋਨ। ਐਟੋਮਿਕ ਮਾਸ ਕਿੰਨਾ ਹੋ ਗਿਆ ਹੀਲੀਅਮ ਦਾ, ਆਪਾਂ ਕਹਾਂਗੇ ਜੀ 4। एटॉमिक नंबर कितना हो गया हीलियम का, 2, क्योंकि 2 प्रोटॉन है। एटॉमिक नंबर इज इक्वल टू नंबर ऑफ प्रोटॉन्स। तो अपने कोले हीलियम च 2 प्रोटॉन है ते 2 अपने कोले न्यूट्रॉन है। आए हुण इलेक्ट्रॉन हुंदे इहदे कोल 2 इलेक्ट्रॉन है जिहड़े घूम रहे, एक इत्थे एक इत्थे। दिस इज जो मैं तुहाडे सामने बनाया, दिस इज हीलियम एटम। कोई प्रॉब्लम नहीं है ਇਹਦੇ ਵਿੱਚ, ਇਹ ਹੀਲੀਅਮ ਐਟਮ ਹੈ, ਕੋਈ ਡਾਊਟ ਨਹੀਂ, ਕੁਝ ਗੜਬੜ ਨਹੀਂ। ਆਪਾਂ ਕੀ ਕੀਤਾ, ਆਪਾਂ ਇਹ ਤੋਂ ਆ ਇਲੈਕਟ੍ਰੋਨ ਖੋਲੇ, ਇਲੈਕਟ੍ਰੋਨ ਆਪਾਂ ਖੋਲੇ। ਹੁਣ ਜਿਹੜਾ ਪਾਰਟ ਆ ਬਚ ਗਿਆ, ਕੀ ਬਚ ਗਿਆ, ਸਿਰਫ ਤੇ ਸਿਰਫ ਨਿਊਕਲੀਅਸ ਹੀ ਬਚਿਆ। ਇਹਨੂੰ ਆਪਾਂ ਲਿਖਦੇ ਕਿਵੇਂ ਆ, ਹੀਲੀਅਮ 2+। ਇਹਨੂੰ ਆਪਾਂ ਲਿਖਦੇ ਆ ਹੀਲੀਅਮ 2+। 2+ ਦਾ ਮਤਲਬ ਇਲੈਕਟ੍ਰੋਨ ਆਪਾਂ ਇਹ ਤੋਂ ਲੈ ਚੁੱਕੇ ਹਾਂ, ਇਲੈਕਟ੍ਰੋਨ ਰਿਮੂਵ ਕਰਤਾ, ਇਹ ਹੀਲੀਅਮ 2+ ਬਣ ਗਿਆ। ਇਹਨੂੰ ਆਪਾਂ ਨਾਮ ਦਿੱਤਾ ਜੀ ਅਲਫਾ। दिस इज अल्फा। तो हुण तुहानूं पता लग गया कि ये अल्फा पार्टिकल बेसिकली हुंदा की है। तो अपने कोले अल्फा पार्टिकल है जिहदे विच 2 इलैक्ट्रॉन, 2 प्रोटॉन ते 2 न्यूट्रॉन अपने कोले चों निकले है। ये अपने कोले निकल के इत्थे जा रहे हैं। बच्चे किसी नूं कोई कंफ्यूजन है दसो? नो सर। ओके, सो नाउ वी नो व्हाट इज अल्फा पार्टिकल। ओके, अल्फा पार्टिकल जदों अपना इहदे विचों दी रिलीज होया, ਇਹ गोल्ड फॉइल ते जाके अटैक होया। गोल्ड फॉइल तो बाद की होया आपां हुण देखदे हां। ਹੁਣ ਇਹਨਾਂ ਨੇ ਸਭ ਤੋਂ ਪਹਿਲੀ ਆਬਜ਼ਰਵੇਸ਼ਨ ਆਪਣੇ ਕੋਲੇ ਕੀ ਕੀਤੀ, ਮੈਜੋਰਿਟੀ ਆਫ ਅਲਫਾ ਪਾਰਟੀਕਲ, ਜ਼ਿਆਦਾ ਤੋਂ ਜ਼ਿਆਦਾ, ਦੇ ਪਾਸ ਸਟ੍ਰੇਟ ਥਰੂ ਦੀ 골ਡ ਫੋਇਲ ਵਿਦਆਊਟ ਡੈਮੇਜਿੰਗ ਦੀ ਫੋਇਲ। ਬੜੇ ਪਿਆਰ ਨਾਲ ਇੱਥੋਂ ਦੀ ਲੰਘ ਗਏ
ਤੇ ਆਪਾਂ ਨੂੰ ਅੱਗੇ ਪਤਾ ਲੱਗ ਗਿਆ। ਅੱਛਾ, ਇੱਥੇ ਆਪਾਂ ਇੱਕ ਪੁਆਇੰਟ ਹੋਰ ਨੋਟ ਕਰਨਾ ਹੈ, ਐਂਡ ਦੈਟ ਪੁਆਇੰਟ ਇਜ਼ ਦੀ ਸਰਫੇਸ। ਜਿਹੜੀ ਆਪਾਂ ਰੈੱਡ ਕਲਰ ਦਾ ਸਰਕਲ ਬਣਾਇਆ ਬੇਟਾ, ਇਹ ਆਪਣੇ ਕੋਲ ਇੱਕ ਮਟੀਰੀਅਲ ਹੁੰਦਾ ਹੈ ਜ਼ਿੰਕ ਸਲਫਾਈਡ। ਜ਼ਿੰਕ ਸਲਫਾਈਡ, ਜ਼ਿੰਕ ਸਲਫਾਈਡ ਆਪਣਾ ਇੱਕ ਇਹੋ ਜਿਹਾ ਮਟੀਰੀਅਲ ਹੈ ਜਿਹਦੇ ਵਿੱਚ ਜੇ ਅਲਫਾ ਪਾਰਟੀਕਲ ਜਾ ਕੇ ਹਿੱਟ ਕਰੇਗਾ ਤਾਂ ਉਹ ਫਲੋਰੋਸੈਂਸ ਕਲਰ ਦੇਗਾ। ਤਾਂ ਜਦੋਂ ਆਪਾਂ ਨੂੰ, ਜਿਵੇਂ ਮੰਨ ਲਾ ਆਪਣੇ ਸਾਹਮਣੇ ਇੱਕ ਦੀਵਾਰ ਹੈ, ਜਦੋਂ ਵੀ ਇੱਥੋਂ ਕੋਈ ਅਲਫਾ ਪਾਰਟੀਕਲ ਜਾਊਗਾ ਉੱਥੇ ਜਾ ਕੇ ਵੱਜਿਆ ਤਾਂ ਉੱਥੇ ਜਾ ਕੇ ਨਾ ਇੱਕ ਚਿੰਗਾਰੀ ਵੱਜੂਗੀ, ਜਿਵੇਂ ਆਪਾਂ ਮੂਵੀਜ਼ ਦੇ ਵਿੱਚ ਦੇਖਦੇ ਹਾਂ ਚਿੰਗਾਰੀਆਂ ਆ ਰਹੀਆਂ ਐ ਕਰਕੇ, ਤਾਂ ਆਪਾਂ ਨੂੰ ਪਤਾ ਲੱਗ ਗਿਆ ਵੀ ਕਿੱਥੇ ਆਪਾਂ ਨੂੰ ਅਲਫਾ ਪਾਰਟੀਕਲ ਹਿੱਟ ਕੀਤਾ। ਤਾਂ ਇਹਦੇ ਵਿੱਚ ਆਪਣੇ ਕੋਲੇ ਅਲਫਾ ਪਾਰਟੀਕਲ ਜਿੱਥੇ ਵੀ ਹਿੱਟ ਕਰੂਗਾ ਉੱਥੇ ਆਪਣੇ ਕੋਲ ਇੱਕ ਚਿੰਗਾਰੀ ਐਂ ਕਰਕੇ ਉੱਡੂਗੀ ਤੇ ਉੱਥੋਂ ਦੀ ਲਾਈਟ ਪ੍ਰੋਡਿਊਸ ਹੋਊਗੀ, ਤਾਂ ਆਪਾਂ ਨੂੰ ਦਿਖ ਜੂਗਾ, ਆਪਾਂ ਕਹਾਂਗੇ ਉਹ ਸੀ ਅਲਫਾ ਪਾਰਟੀਕਲ। ਅਦਰਵਾਈਜ਼ ਅਲਫਾ ਪਾਰਟੀਕਲ ਇਜ਼ ਨਾਟ ਵਿਜ਼ੀਬਲ। ਲੇਕਿਨ ਅਲਫਾ ਪਾਰਟੀਕਲ ਕਿੱਥੇ ਹਿੱਟ ਕੀਤਾ ਆਪਾਂ ਨੂੰ ਪਤਾ ਲੱਗ ਜੂ। ਤਾਂ ਆਪਾਂ ਨੇ ਜਦੋਂ ਇਹਨੂੰ ਦੇਖ ਰਹੇ ਸੀ ਤਾਂ ਆਪਾਂ ਦੇਖਿਆ ਕਿ ਯਾਰ ਇੱਥੋਂ ਤਾਂ ਲਗਾਤਾਰ ਬੰਬਾਰਡਮੈਂਟ ਹੋ ਰਿਹਾ, ਧੜ 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 ਬੰਬਾਰਡਮੈਂਟ ਹੋ ਰਿਹਾ, ਤੇ ਆਪਣੇ ਕੋਲੇ ਬਹੁਤ ਸਾਰੀ ਲਾਈਟ ਆਪਣੇ ਕੋਲੇ ਬਣ ਰਹੀ ਹੈ, ਲਾਈਟ ਐਂ ਕਰਕੇ ਲਾਈਟ ਚੱਲ ਰਹੀ ਹੈ। ਤਾਂ ਆਪਣੇ ਕੋਲੇ ਆ ਸਾਰੀ ਬੰਬਾਰਡਮੈਂਟ ਇੱਥੇ ਆ ਰਹੀ ਹੈ। ਲੇਕਿਨ ਇੱਕ ਅੱਧੀ ਬੰਬਾਰਡਮੈਂਟ ਇੱਧਰਲੀ ਤਰਫ ਵੀ ਹੋ ਜਾਂਦੀ ਹੈ, ਵੀ ਕਦੇ ਉੱਥੇ ਕਦੇ ਇੱਥੇ ਕਦੇ ਉੱਪਰ, ਕਦੇ ਇੱਕ ਅੱਧੀ ਜਗ੍ਹਾ ਤੇ ਐ ਪਟਾਕਾ ਜਿਹਾ ਬੋਲਦਾ ਇੱਕ ਅੱਧਾ। ਤਾਂ ਇੱਕ ਅੱਧਾ ਅਲਫਾ ਪਾਰਟੀਕਲ ਇੱਧਰ ਵੀ ਜਾ ਰਿਹਾ ਹੈ, ਲੇਕਿਨ ਜ਼ਿਆਦਾਤਰ ਅਲਫਾ ਪਾਰਟੀਕਲ ਆਪਣੇ ਸਾਹਮਣੇ ਜਾ ਰਿਹਾ ਹੈ, ਬਿਲਕੁਲ ਸਾਹਮਣੇ ਦੀ ਤਰਫ ਚਲੇ ਜਾਂਦੇ ਆ। ਤਾਂ ਇਹ ਹੁੰਦੀ ਆਪਣੇ ਕੋਲ ਜ਼ਿੰਕ ਸਲਫਾਈਡ ਸਰਫੇਸ। ਨਾਓ ਮੈਜੋਰਿਟੀ ਆਫ ਦੀ ਅਲਫਾ ਪਾਰਟੀਕਲ ਦੇ ਪਾਸ ਸਟ੍ਰੇਟ ਥਰੂ ਦੀ ਗੋਲਡ ਫਾਇਲ ਵਿਦਆਊਟ ਡੈਮੇਜਿੰਗ ਦੀ ਫਾਇਲ। ਹੁਣ ਆਪਾਂ ਨੇ ਕੀਤਾ, ਜਦੋਂ ਇਹ ਸਾਰਾ ਕੁਝ ਪਾਸ ਹੋ ਗਏ, ਮੈਂ ਇਹ ਫਾਇਲ ਨੂੰ ਕੱਢਿਆ, ਮੈਂ ਫਾਇਲ ਨੂੰ ਕੱਢ ਕੇ ਦੇਖਿਆ ਚੰਗੀ ਤਰ੍ਹਾਂ, ਮੈਂ ਕਿਹਾ ਯਾਰ ਇਹਦੇ ਵਿੱਚੋਂ ਦੀ ਆਰ ਪਾਰ ਨਿਕਲ ਗਿਆ ਅਲਫਾ, ਤੇ ਗਿਆ ਕਿਵੇਂ? ਆਪਾਂ ਸੋਚਿਆ ਵੀ ਯਾਰ ਇਹਦੇ ਆਰ ਪਾਰ ਤਾਂ ਨਿਕਲ ਗਿਆ ਅਲਫਾ, ਲੇਕਿਨ ਇੱਥੇ ਮੈਨੂੰ ਦੇਖਦਾ ਵੀ ਯਾਰ ਕੋਈ ਫਰਕ ਹੀ ਨਹੀਂ ਪੈ ਰਿਹਾ। ਜਿਵੇਂ ਤੁਸੀਂ ਮੰਨ ਕੇ ਚੱਲੋ, ਤੁਸੀਂ ਛੋਟੇ ਹੁੰਦੇ ਐਕਸਪੈਰੀਮੈਂਟ ਕੀਤਾ ਹੋਣਾ ਕਿ ਜੇ ਮੰਨ ਲਓ ਧੁੱਪੇ ਆਪਾਂ ਹੱਥ ਰੱਖਦੇ ਆ ਨਾ ਆਪਾਂ ਸ਼ੀਸ਼ੇ ਤੇ, ਤਾਂ ਆਪਣੇ ਇੱਥੋਂ ਦੀ ਨਾ ਲਾਈਟ ਨਿਕਲਦੀ, ਆਪਣੇ ਉਹ ਲਾਈਟ ਆਪਣੀ ਉਂਗਲਾਂ ਦੇ ਵਿੱਚੋਂ ਦੀ ਲਾਲ ਰੰਗ ਦੀ ਹੋ ਕੇ ਨਿਕਲਦੀ ਦਿਖਦੀ ਆ। ਆਪਾਂ ਨੇ ਬੜੀ ਵਾਰ ਦੇਖਿਆ। ਇਹਦਾ ਮਤਲਬ ਇਹ ਆਪਣੇ ਹੱਥ ਦੇ ਵਿੱਚੋਂ ਲਾਈਟ ਵੜੀ ਤੇ ਲਾਈਟ ਇਹਦੇ ਵਿੱਚੋਂ ਆਰ ਪਾਰ ਨਿਕਲ ਗਈ, ਬਟ ਆਪਣੇ ਹੱਥ ਤੋਂ ਮੋਹਰੀ ਤਾਂ ਹੋਈ ਨਹੀਂ ਕੋਈ। ਆਪਣੇ ਹੱਥ ਚੋਂ ਲਾਈਟ ਆਰ ਪਾਰ ਨਿਕਲ ਗਈ, ਮੋਹਰੀ ਤਾਂ ਕੋਈ ਹੋਈ ਨਹੀਂ। ਹੁਣ ਅਲਫਾ ਪਾਰਟੀਕਲ ਇੰਨਾ ਛੋਟਾ ਚੀਜ਼ ਹੈ, ਆਪਣੀ ਬੋਡੀ ਦੇ ਆਰ ਪਾਰ ਚਲਾ ਜਾਂਦਾ। ਜਿਵੇਂ ਮੰਨ ਲਓ ਮੇਰੇ ਕੋਲ ਆਇਆ ਨਾ, ਉਹ ਮੇਰੀ ਬੋਡੀ ਤੇ ਵੱਜੂਗਾ, ਉਹ ਮੇਰੀ ਬੋਡੀ ਤੇ ਵੱਜ ਕੇ ਮੇਰੇ ਆਰ ਪਾਰ ਨਿਕਲ ਜਾਏਗਾ ਅਲਫਾ ਪਾਰਟੀਕਲ। ਬਟ ਅਲਫਾ ਪਾਰਟੀਕਲ ਦਾ ਮੈਨੂੰ ਡੈਮੇਜ ਵੀ ਹੋਊਗਾ, ਮੇਰੇ ਸੈਲਸ ਡੈਡ ਹੋ ਜਾਣਗੇ, ਮੈਨੂੰ ਵੀ ਬਿਮਾਰੀ ਹੋ ਜਾਊਗੀ, ਦੈਟਸ ਅ ਸੈਪਰੇਟ ਕੇਸ। ਬਟ ਅਲਫਾ ਪਾਰਟੀਕਲ ਮੇਰੀ ਬੋਡੀ ਦੇ ਆਰ ਪਾਰ ਨਿਕਲ ਜੂਗਾ। ਉਵੇਂ ਹੀ ਆਪਣੇ ਕੋਲੇ ਗੋਲਡ ਫਾਇਲ ਦੇ ਵਿੱਚੋਂ ਦੀ ਅਲਫਾ ਪਾਰਟੀਕਲ ਗਿਆ, ਅਲਫਾ ਪਾਰਟੀਕਲ ਆਰ ਪਾਰ ਹੋਇਆ, ਬਟ no damage happened to this sheet। ਇਹ ਹੁਣ ਗੱਲ ਸਮਝ ਨਹੀਂ ਲੱਗੀ ਲੋਕਾਂ ਨੂੰ ਵੀ ਯਾਰ ਇਹਦੇ ਚ ਡੈਮੇਜ ਕਿਉਂ ਨਹੀਂ ਹੋਇਆ। ਹੁਣ ਮੇਰੇ ਕੋਲ ਕੋਈ ਗੱਤਾ ਹੈ, ਕੋਈ ਕਾਗਜ਼ ਹੈ, ਮੇਰੀ ਕਿਤਾਬ ਦਾ ਪੰਨਾ ਹੈ, ਆ ਕਾਗਜ਼ ਹੈ, ਇਹਦੇ ਆਰ ਪਾਰ ਜੇ ਕੋਈ ਚੀਜ਼ ਆਊਗੀ ਤਾਂ ਕਾਗਜ਼ ਫਟਣਾ ਚਾਹੀਦਾ। ਕਾਗਜ਼ ਫਟਿਆ ਵੀ ਨਹੀਂ ਤੇ ਆਰ ਪਾਰ ਵੀ ਚਲੀ ਗਈ, ਯਾਰ ਆ ਤਾਂ ਗੇਮ ਹੀ ਖਰਾਬ ਹੋ ਗਈ, ਸਮਝ ਨਹੀਂ ਲੱਗੀ ਕੀ ਗੱਲ। ਇਹਦਾ ਮਤਲਬ ਪਹਿਲੀ ਆਬਜ਼ਰਵੇਸ਼ਨ ਤਾਂ ਇਹ ਹੋਈ, ਮਤਲਬ ਆਪਾਂ ਬਾਅਦ ਚ ਕੱਢਾਂਗੇ। ਦੂਜੀ ਆਬਜ਼ਰਵੇਸ਼ਨ, ਫਿਊ ਅਲਫਾ ਪਾਰਟੀਕਲ, ਮਤਲਬ ਥੋੜੇ ਜਿਹੇ ਅਲਫਾ ਪਾਰਟੀਕਲ, ਇਹਨੂੰ ਆਪਾਂ ਫਿਊ ਨੂੰ ਐਂ ਲਿਖਦੇ ਆ 1 in 8000, 1 in 8000। ਵੀ ਜੇ ਇੱਥੇ 8000 ਆਪਣੇ ਕੋਲੇ ਅਲਫਾ ਪਾਰਟੀਕਲ ਆਪਾਂ ਨੇ ਅਟੈਕ ਕਰਵਾਇਆ ਸੀ, ਟਾਈਮ ਥੋੜਾ ਜਲਦੀ ਬੀਤ ਗਿਆ ਅੱਜ, ਅਲਫਾ ਪਾਰਟੀਕਲ 8000 ਪਾਰਟੀਕਲ ਆਪਣੇ ਕੋਲੇ ਗਏ, ਤਾਂ ਇੱਕ ਅੱਧਾ ਪਾਰਟੀਕਲ ਹੋਊਗਾ ਜਿਹੜਾ ਇੱਧਰ ਜਾਊਗਾ, ਇੱਕ ਅੱਧਾ ਪਾਰਟੀਕਲ। ਹੁਣ ਜੇ ਮੰਨ ਲਾ ਇੱਕ ਤੁਹਾਨੂੰ ਇੱਕ ਇੱਥੇ ਲਾਈਟ ਦੇਖਣ ਨੂੰ ਮਿਲ ਗਈ, ਤਾਂ ਉਹਦਾ ਮਤਲਬ ਇਹ ਹੈ ਕਿ 16000 ਪਾਰਟੀਕਲ ਨਿਕਲ ਚੁੱਕਿਆ ਅਲਫਾ ਦਾ, ਉਹਦੇ ਵਿੱਚੋਂ ਇੱਕ ਇੱਧਰ ਨੂੰ ਆ ਕੇ ਵੱਜਿਆ। ਇਹਨੂੰ ਕਹਿੰਦੇ ਆ ਮੋਰ ਦੈਨ 90 ਡਿਗਰੀ ਐਂਗਲ ਤੇ ਡਿਫਲੈਕਸ਼ਨ ਹੋਣਾ। डिफ्लेक्शन एट मोर देन 90 डिग्री। तो डिफ्लेक्शन एट मोर देन 90 डिग्री बहुत ही ज्यादा घट है, जिन्होंने आप कह सकते हैं भी 8000 पार्टिकल जे जाणगे तो एक अद्धा पार्टिकल ही मोर देन 90 डिग्री एंगल ते रिफ्लेक्ट होगा। वेरी फ्यू। हाँ बेटा बोलो सर। 90 डिग्री दूसरी साइड नहीं ले सकते? नो बेटा, दूसरी साइड, अगर दूसरी साइड तो जाएगा नहीं, एंटी क्लॉकवाइज नहीं, ऐसी कोई प्रॉब्लम नहीं है। ऐसे ले लो आप, आपका अल्फा गया कहाँ ये देखना पड़ेगा ना। अगर ऐसे गया तो वैसे लोगे, अगर ऐसे ऊपर की तरफ चला गया तो ऐसे लोगे। बेसिकली हम देख क्या रहे हैं कि अल्फा पार्टिकल जा कहाँ रहा था, जा तो ऐसे रहा था ना, लेकिन चला कैसे गया, चला ऐसे गया। तो डिफ्लेक्शन क्या हुई, ये वाले एंगल की हुई, इसको बोलते हैं डिफ्लेक्शन। तो ये वाला ऑब्वियसली 90 डिग्री से ज्यादा है। अगर ऊपर की तरफ हो जाएगा तो मैं यूं लूंगा और इसको मैं बोलूंगा कि डिफ्लेक्शन इज मोर देन 90 डिग्री। ओके ओके सर।
वेरी फ्यू, मतलब अगर हम बैठे रहे वहां पर ताक लगाकर, 1,00,000 अगर अल्फा पार्टिकल यहां से निकले तो एक पार्टिकल ऐसा होगा जो बिल्कुल 180 डिग्री पर जाएगा और यहीं से जाकर यूं वापस चला जाएगा, बिल्कुल यहीं से रिफ्लेक्शन हो जाएगी उसकी, ऐसे मतलब जैसे गया वैसे ही वापस। तो अगर ऐसा आ रहा है तो ये वाला बहुत ही ज्यादा रेयर है, और 1,00,000 में 1,00,000 बंदे में, 1,00,000 अल्फा में एक पार्टिकल ऐसा होगा जो वापस। सो दिस इज वेरी वेरी लो विच विल गेट रिफ्लेक्टेड बाय टोटल ऑफ 180 डिग्री एंगल। तो 180 डिग्री एंगल तक रिफ्लेक्ट होने वाला तो बहुत ही ज्यादा कम है। अब इस ऑब्जर्वेशन से हमने इनफ्रेंसेस क्या निकाले, देखो ये साइंटिफिक टर्म्स है, ऐसे बोला जाता है। ऑब्जर्वेशन मतलब भाई आपने एक्सपेरिमेंट किया तो हुआ क्या, इनफ्रेंसेस इसका मतलब क्या है, ठीक है। अब इसका मतलब देखो इनफ्रेंसेस, ਹੁਣ ਸਭ ਤੋਂ ਪਹਿਲੀ ਗੱਲ ਆਪਾਂ ਇਹ ਮੰਨ ਕੇ ਚੱਲਾਂਗੇ ਕਿ ਯਾਰ ਦੇਖੋ ਜਦੋਂ ਆਪਾਂ ਇਹ ਕਹੀਏ ਕਿ ਜ਼ਿਆਦਾਤਰ ਅਲਫਾ ਪਾਰਟੀਕਲ ਇਹਦੇ ਆਰ ਪਾਰ ਹੋ ਗਏ ਤੇ ਇਹਦੇ 'ਚ ਕੋਈ ਡੈਮੇਜ ਨਹੀਂ ਹੋਇਆ, ਇਹਦਾ ਕੀ मतलब ਹੋਇਆ। मान लो अपना आप assumption लाइए कि न्यूक्लियस तो बहुत बड़ा है और फिर एक यहाँ पर न्यूक्लियस आ गया, उसके बाद फिर एक न्यूक्लियस और आ गया यहाँ पे, भाई तो अगर अल्फा पार्टिकल आएगा तो आर पार कैसे निकलेगा, फिर इसमें टकराएगा अल्फा पार्टिकल। लेकिन हमारे अल्फा पार्टिकल आर पार जा रहे हैं, इसका मतलब ये है कि भाई ये इतना बड़ा नहीं है, ये तो बहुत छोटा है। ये जो न्यूक्लियस मेरे सामने बन रहा है, जो सेंट्रल पार्ट है, जो मास है वो बहुत छोटा है। तो ये छोटा सा पार्ट जो है आपका मास है, ज्यादातर जगह तो आपकी एम्प्टी होनी चाहिए ताकि अल्फा पार्टिकल को निकलने को मिले तो सही। इसका मतलब एम्प्टी स्पेस, देयर शुड बी अ लॉट ऑफ एम्प्टी स्पेस इन द एटम। तो एटम के अंदर बहुत सारी स्पेस हमारे पास खाली होनी चाहिए, जैसा कि हम यहाँ पर हमारे डायग्राम में देख पा रहे हैं कि सारे के सारे अल्फा पार्टिकल्स यहाँ पर बाहर निकल गए। तो वो निकलेंगे कैसे, क्योंकि वहां पर खाली जगह होगी। अगर खाली जगह नहीं होगी तो यहीं पे फंस जाएगा ना यहाँ पे। अब मान लो मेरी ये रही मेरा हाथ ये रहा और मैं यहाँ से एक बॉल को फेंकूं, तो बॉल फेंक के यहीं पे रुक जाएगा, बॉल आर पार थोड़ी ना हो जाएगी। आर पार क्यों नहीं गई बॉल, क्योंकि बॉल को उतनी जगह नहीं मिली भाई, सिंपल। तो पहला पॉइंट तो मुझे समझ में आ गया कि आसपास जो जगह है वो ज्यादातर खाली होनी चाहिए। अब ये अगर ज्यादातर जगह खाली होगी, इसका क्या मतलब है कि जो हमारा न्यूक्लियस होगा उसका साइज बहुत ज्यादा छोटा होगा, तभी तो जगह खाली होगी। एम्प्टी स्पेस बोलने का क्या मतलब है कि न्यूक्लियस का साइज छोटा है। फिर बिकॉज अल्फा पार्टिकल इज पॉजिटिवली चार्ज, अब पहली बात तो मुझे पता चल गई कि न्यूक्लियस है, इसका साइज बहुत ज्यादा छोटा है। अब मैं चार्ज की बात कर लेता हूं। अब मुझे पता है कि अल्फा पार्टिकल जो है वो मेरे पास पॉजिटिवली चार्ज है। अगर अल्फा पार्टिकल पॉजिटिवली चार्ज है तो क्या होगा, तो सीधी सी बात है, आप सोच के देखो कि मेरे एटम के पास तो पॉजिटिव भी है और नेगेटिव भी है, और मैं कह रहा हूं कि यहां पर इसका न्यूक्लियस है। अब मान लो कि न्यूक्लियस के अंदर सारे का सारा नेगेटिव चार्ज है, तो भाई अल्फा पार्टिकल जब यहां से जाएगा तो वो तो यहीं पे चला जाएगा, इसको चिपक जाएगा ना। मतलब 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 2 मिनट, दिस इज कॉल्ड वर्क फ्रॉम होम। तो ਹੁਣ ਜੇ ਇਹ 네ਗੇਟਿਵ ਹੈਗਾ ਤਾਂ ਇਹਦਾ ਕੀ ਮਤਲਬ, ਇੱਥੋਂ ਜਿੰਨੇ ਪੋਜ਼ਿਟਿਵ ਚਾਰਜ ਮਾਰੇ ਤੁਸੀਂ ਉਹ ਸਾਰੇ ਇੱਥੇ ਜਾ ਕੇ ਇਕੱਠੇ ਨਹੀਂ ਹੋ ਜਾਣਗੇ, ਉਹ ਤਾਂ ਉੱਥੇ ਚਿਪਕ ਜਾਣਗੇ। ਤੇ ਅਲਫਾ ਪਾਰਟੀਕਲ ਪਿੱਛੇ ਨੂੰ ਕਿਵੇਂ ਲੰਘ ਗਿਆ, ਇਹ ਪਿੱਛੇ ਨਹੀਂ ਜਾਣਾ ਸੀ, ਇਹਨਾਂ ਨੇ ਪਿੱਛੇ ਨਾ ਜਾ ਕੇ ਸਾਰਾ ਪੋਜ਼ਿਟਿਵ ਜਿਹੜਾ ਇੱਥੋਂ ਜਾਣਾ ਸੀ ਉਹ ਇੱਥੇ ਇਕੱਠਾ ਹੋ ਜਾਣਾ ਸੀ, ਉਹਨੇ ਚਿਪਕ ਜਾਣਾ ਸੀਗਾ ਉੱਥੇ ਜਾ ਕੇ, ਕਿਉਂਕਿ ਇੱਥੇ 네ਗੇਟਿਵ ਚਾਰਜ ਹੈ। ਲੇਕਿਨ ਇਹ ਚਿਪਕਿਆ ਨਹੀਂਗਾ, ਉਲਟਾ ਆ ਜਿਹੜਾ ਪੋਜ਼ਿਟਿਵ ਚਾਰਜ ਆਇਆ ਇਹ ਬਿਲਕੁਲ ਐਂ ਕਰਕੇ ਰਿਪੈਲ ਵੀ ਹੋ ਰਿਹਾ, ਇਹ ਪਰਾਂ ਵੀ ਜਾ ਰਹੇ ਨੇ। ਤਾਂ ਇਹ ਪੋਜ਼ਿਟਿਵ, ਇਹ ਪੋਸਿਬਿਲਿਟੀ ਬਣਦੀ ਹੈ ਕਿ ਦਿਸ ਸ਼ੁੱਡ ਬੀ ਹਾਈਲੀ ਪੋਜ਼ਿਟਿਵ ਚਾਰਜ। ਤਾਂ ਆਪਣੇ ਕੋਲ ਇੱਕ ਗੇਮ ਇਹ ਬਣ ਗਈ ਕਿ ਪਹਿਲੀ ਗੱਲ ਤਾਂ देयर इज एम्प्टी स्पेस, ਤਾਂ ਮੇਰਾ ਨਿਊਕਲੀਅਸ ਜਿਹੜਾ ਹੈ ਉਹ ਬਹੁਤ ਜ਼ਿਆਦਾ ਛੋਟੇ ਸਾਈਜ਼ ਦਾ ਹੈ। ਦੂਜੀ ਚੀਜ਼ ਮੈਨੂੰ ਇਹ ਬਣ ਗਈ ਕਿ ਮੇਰੇ ਜਿਹੜੇ ਅਲਫਾ ਜਿਹੜਾ ਉਹਦੇ ਵਿੱਚ ਪਾਰਟ ਹੈ ਇਟ ਸ਼ੁੱਡ ਬੀ ਪੋਜ਼ਿਟਿਵਲੀ ਚਾਰਜਡ, ਇਹ ਸਾਰਾ ਪੋਜ਼ਿਟਿਵ ਚਾਰਜ ਹੋਣਾ ਚਾਹੀਦਾ ਹੈ, ठीक है। नाउ फिर by assuming the collision to be elastic, 180 degree deflection is to take place. This central body should be massive in mass and when compared, चलो इन्हों तुसी थर्ड पॉइंट लिख लो। थर्ड पॉइंट का की मतलब है,
ਹੁਣ ਸਾਰਾ ਪੋਜ਼ਿਟਿਵ ਚਾਰਜ ਇੱਥੇ ਚਲਾ ਗਿਆ। ਥਰਡ ਪੁਆਇੰਟ ਇਹ ਕਹਿੰਦਾ ਕਿ ਮੈਂ ਜਿਹੜਾ ਅਲਫਾ ਪਾਰਟੀਕਲ ਹੈ ਨਾ ਬੇਟਾ, ਇਹ ਇਲੈਕਟ੍ਰੋਨ ਦੇ ਹਿਸਾਬ ਨਾਲ ਸੋਚਿਆ ਜਾਵੇ ਤਾਂ ਅਲਫਾ ਪਾਰਟੀਕਲ ਨੂੰ ਆਪਾਂ ਹੈਵੀ ਪਾਰਟੀਕਲ ਕਹਿੰਦੇ ਹਾਂ, ਕਿਉਂਕਿ ਇਲੈਕਟ੍ਰੋਨ ਦੇ ਹਿਸਾਬ ਨਾਲ ਉਹਦਾ ਬਹੁਤ ਹੀ ਜ਼ਿਆਦਾ ਮਾਸ ਘੱਟ ਹੈ। ਅਲਫਾ ਦਾ ਮਾਸ ਬਹੁਤ ਜ਼ਿਆਦਾ ਹੈ ਕੰਪੈਰੀਟਿਵ ਟੂ ਇਲੈਕਟ੍ਰੋਨ, ਤਾਂ ਜਿਹਦੇ ਕਰਕੇ ਅਲਫਾ ਵਾਸ ਰਿਕਾਰਡਡ ਐਜ਼ ਅ ਹੈਵੀ ਪਾਰਟੀਕਲ। ਬਟ ਉਹ ਗੱਲ ਵੱਖਰੀ ਹੈ ਕਿ ਆਪਣਾ 골ਡ ਜਿਹੜਾ ਹੈਗਾ ਉਹ ਉਦੋਂ ਵੀ ਜ਼ਿਆਦਾ ਹੈਵੀ ਹੈ। ਤਾਂ ਅਲਫਾ ਇੱਥੇ ਜਦੋਂ ਟਕਰਾਇਆ ਤੇ ਟਕਰਾ ਕੇ ਵਾਪਸ ਚਲਾ ਗਿਆ, ਇਹਦਾ ਮਤਲਬ ਜਿਹੜਾ 골ਡ ਦਾ ਨਿਊਕਲੀਅਸ ਹੈ ਇਹ ਬਹੁਤ ਜ਼ਿਆਦਾ ਭਾਰੀ ਹੈ, ਇਹ ਬਹੁਤ ਜ਼ਿਆਦਾ ਹੈਵੀ ਹੈ। ਤਾਂ ਆਪਾਂ ਇਹ ਕਹਾਂਗੇ ਕਿ ਬਈ ਸਾਰਾ ਦਾ ਸਾਰਾ ਮਾਸ ਜਿਹੜਾ ਹੈ ਉਹ ਇੱਥੇ ਹੀ ਕੰਸਨਟ੍ਰੇਟਡ ਹੈ। ਸੋ ਦ ਸੈਂਟਰਲ ਬੋਡੀ ਸ਼ੁੱਡ ਬੀ ਪੋਜ਼ਿਟਿਵਲੀ ਚਾਰਜਡ ਐਂਡ ਆਲ ਦੀ ਮਾਸ ਆਫ ਦੀ ਐਟਮ ਸ਼ੁੱਡ ਬੀ ਕੰਸਨਟ੍ਰੇਟਡ ਐਟ ਦੀ ਸੈਂਟਰ। ਤਾਂ ਇੱਥੇ ਆਪਣੇ ਕੋਲੇ ਸਾਰਾ ਪੋਜ਼ਿਟਿਵ ਚਾਰਜ ਹੈ ਤੇ ਸਾਰਾ ਮਾਸ ਹੈ। ਗੱਲ ਕਲੀਅਰ? ਇਹਦਾ ਮਤਲਬ ਮੇਰੇ ਕੋਲ ਜਿਹੜਾ ਨਿਊਕਲੀਅਸ ਬਣੂਗਾ ਉਹ ਬਹੁਤ ਛੋਟੇ ਸਾਈਜ਼ ਦਾ ਹੈ, ਨੰਬਰ 2 ਸਾਰਾ ਪੋਜ਼ਿਟਿਵ ਚਾਰਜ ਉਹਦੇ ਉੱਤੇ ਲੱਗਿਆ ਹੋਇਆ ਹੈ, ਨੰਬਰ 3 ਸਾਰੇ ਦਾ ਸਾਰਾ ਮਾਸ ਉਹਦੇ ਵਿੱਚ ਹੀ ਕੰਸਨਟ੍ਰੇਟਡ ਹੈ। ਇਹ ਤਿੰਨ ਕੰਕਲੂਜਨ ਆਪਣੇ ਕੋਲੇ ਇੱਥੇ ਨਿਕਲਦੇ ਆ ਅਲਫਾ ਪਾਰਟੀਕਲ ਦੇ ਵਿੱਚੋਂ। ਦਿਸ ਸਮਾਲ ਪਾਰਟ, ਇਹਨੂੰ ਇਹਨਾਂ ਨੇ ਇੱਕ ਨਾਮ ਦਿੱਤਾ ਨਿਊਕਲੀਅਸ। ਉਹ ਕਹਿੰਦੇ ਲੈਟ ਅਸ ਸਟਾਰਟ ਕਾਲਿੰਗ ਇਟ ਨਿਊਕਲੀਅਸ। ਆਪਣੇ ਕੋਲ ਨਿਊਕਲੀਅਸ ਬਣ ਗਿਆ। ਹੁਣ ਆਪਾਂ ਸਵਾਲ ਪੁੱਛਦੇ ਹਾਂ ਕਿ ਬਾਈ ਜੀ ਫਿਰ ਇਲੈਕਟ੍ਰੋਨ ਦਾ ਕੀ? ਤਾਂ ਇਲੈਕਟ੍ਰੋਨ ਦਾ ਕੀ? ਇਲੈਕਟ੍ਰੋਨ ਦਾ ਇਹ ਉਹ ਕਹਿੰਦਾ ਕਿ ਬਿਕੋਜ਼ ਦੀ ਐਟਮ ਇਜ਼ ਇਲੈਕਟ੍ਰੀਕਲੀ ਨਿਊਟਰਲ, ਨੰਬਰ ਆਫ ਇਲੈਕਟ੍ਰੋਨ ਇਜ਼ ਇਕੁਅਲ ਟੂ ਨੰਬਰ ਆਫ ਪ੍ਰੋਟੋਨ। ਪਹਿਲੀ ਗੱਲ ਤਾਂ ਆਪਾਂ ਇਹ ਚੀਜ਼ ਨੂੰ ਮੰਨ ਕੇ ਚੱਲੀਏ ਕਿ ਨੰਬਰ ਆਫ ਇਲੈਕਟ੍ਰੋਨ ਵਿਲ ਬੀ ਇਕੁਅਲ ਟੂ ਨੰਬਰ ਆਫ ਪ੍ਰੋਟੋਨਸ ਬਿਕੋਜ਼ ਇਟ ਇਜ਼ ਇਲੈਕਟ੍ਰੀਕਲੀ ਨਿਊਟਰਲ। ਤਾਂ ਹੁਣ ਇਲੈਕਟ੍ਰੋਨ ਆਪਣੇ ਜਾਂਦੇ ਕਿੱਥੇ ਹੈ? all the electrons are rotating around the nucleus just like our solar system। बेटा ये पॉइंट बहुत ज्यादा इंपॉर्टेंट है कि सोलर सिस्टम वाली ਜਿਹੜੀ ਤਰਕੀਬ ਹੈ ਕੌਣ ਲੈ ਕੇ ਆਇਆ ਸੀ? ਇਹ ਰਦਰਫੋਰਡ ਲੈ ਕੇ ਆਇਆ ਸੀ। ਰਦਰਫੋਰਡ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਹ ਸੋਲਰ ਸਿਸਟਮ ਦੇ ਵਾਂਗੂ ਚੱਲਦੇ ਨੇ, ਜਿਵੇਂ ਆਪਣੇ ਕੋਲ ਆ ਹੋ ਗਿਆ ਸਨ ਤੇ ਆ ਹੋ ਗਈ ਅਰਥ। ਤਾਂ ਅਰਥ ਆਪਣੇ ਅਰਾਊਂਡ ਰੋਟੇਟ ਕਰਦੀ ਹੈ, ਉਵੇਂ ਹੀ ਇਹ ਇਲੈਕਟ੍ਰੋਨ ਆਪਣੇ ਪ੍ਰੋਟੋਨ ਦੇ ਅਰਾਊਂਡ ਰੋਟੇਟ ਕਰਦਾ ਹੈ। ਬੋਹਰ ਨੇ ਬਾਅਦ ਚੋਂ ਇਸੇ ਪੁਆਇੰਟ ਨੂੰ ਗਲਤ ਪ੍ਰੂਫ ਕਰਦੇ ਹੋਏ ਕਿਹਾ ਕਿ ਨਹੀਂ ਇਹ ਐ ਨਹੀਂ ਹੈ, ਇਹ ਇਹਦੇ ਵਾਂਗੂ ਰੋਟੇਟ ਨਹੀਂ ਕਰਦੇ। ਬੋਹਰ ਨੇ ਇਸੇ ਪੁਆਇੰਟ ਤੇ ਹੀ ਆਪਦੀ ਗੇਮ ਘੁਮਾਈ ਸੀ। ਬਟ ਐਨੀਵੇਜ਼ ਆਪਾਂ ਇਹ ਮੰਨ ਕੇ ਚੱਲਾਂਗੇ ਫਿਲਹਾਲ ਕਿ ਦੇ ਰੋਟੇਟ ਅਕੋਰਡਿੰਗ ਟੂ ਦੀ ਸੋਲਰ ਸਿਸਟਮ। ਸੋ ਵਿਦ ਦਿਸ ਆਪਣੀ ਜਿਹੜੀ ਰਦਰਫੋਰਡ ਦਾ ਅੱਜ ਦਾ ਟੌਪਿਕ ਹੈ ਬੇਟਾ ਇਹ ਖਤਮ ਹੁੰਦਾ ਹੈ ਤੇ ਆਪਣੇ ਕੋਲ ਟਾਈਮ ਵੀ ਬਹੁਤ ਘੱਟ ਰਹਿ ਗਿਆ। ਬੱਚੋ ਇਸ ਤੋਂ ਬਾਅਦ ਨਾ ਆਪਾਂ ਜਾਂ ਤਾਂ ਸੌਫਟਵੇਅਰ ਚੇਂਜ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜਾਂ ਕੁਝ ਕਰਦੇ ਹਾਂ, ਕਿਉਂਕਿ 40 ਮਿੰਟ ਦੀ ਕਲਾਸ ਆਪਣੀ ਬੜੀ ਘੱਟ ਜਾਂਦੀ ਹੈ ਤੇ ਇਹਦੇ ਬਾਰੇ ਵੀ ਆਪਾਂ ਨੂੰ ਸੋਚਣਾ ਪਏਗਾ। ਅਦਰਵਾਈਜ਼ ਤੁਸੀਂ ਦੇਖੋ ਕਿ ਚਲੋ ਆਪਾਂ ਟੌਪਿਕ ਤੇ ਆਪਾਂ ਗੱਲ ਕਰੀਏ ਤਾਂ ਇੱਥੇ ਆਪਣਾ ਇਹ ਟੌਪਿਕ ਕੰਪਲੀਟ ਹੁੰਦਾ ਹੈ। ਦਿਸ ਇਜ਼ ਰਦਰਫੋਰਡ ਟੌਪਿਕ, ਡਿਸਟੈਂਸ ਆਫ ਕਲੋਜ਼ੈਸਟ ਅਪਰੋਚ, ਇੰਪੈਕਟ ਪੈਰਾਮੀਟਰ, ਇਹ ਆਪਾਂ ਕੱਲ ਕਰਾਂਗੇ। ਤਾਂ ਅੱਜ ਹੁਣ ਤੱਕ ਆਪਾਂ ਨੇ ਆ ਕੀਤਾ। PDF ਤੁਹਾਨੂੰ ਦਿੱਤੇ ਹੋਏ ਨੇ, ਉੱਥੋਂ ਦੀ PDF ਤੁਸੀਂ ਪੜ੍ਹ ਲੈਣਾ ਹੈ। ਜਿਨ੍ਹਾਂ ਦੀ ਫੀਸ ਦੇਣ ਵਾਲੀ ਹੈ ਉਹ ਫੀਸ ਸਬਮਿਟ ਕਰਵਾ ਕੇ 5 ਬੁੱਕ ਲੈ ਲਓ ਤੇ ਪੜ੍ਹਨਾ ਸ਼ੁਰੂ ਕਰੋ 5 ਬੁੱਕ ਚੋਂ, ਅਦਰਵਾਈਜ਼ ਆਪਣਾ ਕੋਈ ਵੀ ਫਾਇਦਾ ਨਹੀਂ ਨਿਕਲਦਾ। ਠੀਕ ਹੈ।